मैं हाँ मदनदीप और मेरे नाल ने उगे राजनीतिक विश्लेषक मोहम्मद खालिद साहब। प्रोफेसर मोहम्मद खालिद साहब, ਤੁਹਾਡਾ स्वागत है जी। हाँ जी, मेहरबानी जी, थैंक यू। विछड़ गए सब वारो वारी, कांग्रेस नाल कुछ इस तरह का हो रहा है। कल एक खबर आई सी कि हार्दिक पटेल एक नौजवान चेहरा जिहड़ा हाले साल को पहला कांग्रेस नाल जुड़िया सी, कांग्रेस नूं अलविदा कह गया। और इस तो इलावा हरियाणे दे विचों भी खबर आ रही हैं कि वड्डे चेहरे भारतीय जनता पार्टी नाल जा रहे हैं। और इस तो बाद पंजाब लई एक ये खबर है, कांग्रेस लई बुरी खबर कहांगे, हालांकि पंजाब की राजनीति लिए भी यह खबर चंगी नहीं है कि सुनील जाखड़ भी कांग्रेस नूं अलविदा कह के भारतीय जनता पार्टी विच जा वड़े है। खालिद साहब, अजिहा क्यों हो रहा है, कारण की ने? देखो मदनदीप जी, गल हैगी है कि कांग्रेस का जिहड़ा डिकलाइन है और या कांग्रेस दे विचों जिहड़ा छड्ड के जाना लीडरां दा, ये काफी अरसे तो चल रहा है जी। समझ लो पिछले 8-9 साल हो गए। 2014 ਦੇ ਵਿੱਚ ਕਾਂਗਰਸ ਨੇ ਆਪਣਾ ਇਲੈਕਸ਼ਨ ਹਾਰਿਆ, ਉਸ ਤੋਂ ਪਹਿਲਾਂ ਤੋਂ ਹੀ ਇਹ ਸ਼ੁਰੂ ਹੋ ਗਿਆ ਸੀਗਾ। ਉਹਦੇ ਕਈ ਕਾਰਨ ਹੋ ਸਕਦੇ ਆ ਔਰ ਉਹਨਾਂ ਜ਼ਿਆਦਾਤਰ ਕਾਰਨਾਂ ਤੋਂ ਆਪਾਂ ਸਾਰੇ ਜਾਣੂ ਵੀ ਆ। ਇੱਕ ਤਾਂ ਕਾਰਨ ਸਭ ਤੋਂ ਵੱਡਾ ਹੈਗਾ ਕਿ ਜਿਸ ਵੇਲੇ ਵਿਸ਼ਵ ਭਰ ਦੇ ਵਿੱਚ ਵੀ ਔਰ ਇੰਡੀਆ ਦੇ ਵਿੱਚ ਵੀ ਜਿਹੜਾ ਲੈਫਟ ਦਾ ਡਿਕਲਾਈਨ ਹੋਇਆ, ਲੈਫਟ ਦੇ ਡਿਕਲਾਈਨ ਤੇ ਬਾਅਦ ਜਿਹੜੀ ਸਪੇਸ ਖਾਲੀ ਹੋਈ, ਉਹ ਬਜਾਏ ਇਸ ਦੇ ਕਿ ਲਿਬਰਲ ਸਪੇਸ ਬਣਦੀ, ਉਹ ਰਾਈਟਿਸਟ। ਪ੍ਰੈਸ ਤੁਹਾਡੀ ਲਾਈਟ ਕਿਉਂ ਡਿਮ ਹੋ ਰਹੀ ਹੈ? ਮੇਰੀ ਲਾਈਟ ਕੋਈ ਡਿਮ ਨਹੀਂ ਹੋ ਰਹੀ। ਹੋਈ ਹੈ ਸਰ, ਹੋਈ ਹੈ, ਵਿੱਚੋਂ ਬਲੈਕ ਹੋ ਗਿਆ ਸੀ। ਨਹੀਂ, ਤੁਸੀਂ ਕਿੰਨੇ ਜਲ ਰਹੀ ਹੈ? ਤੁਸੀਂ ਲੈਪਟਾਪ ਤੇ ਕਰ ਰਹੇ ਹੋ? ਨਹੀਂ, ਮੈਂ ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। मैं हाँ मदनदीप और मेरे नाल ने उगे राजनीतिक विश्लेषक प्रोफेसर मोहम्मद खालिद साहब। खालिद साहब, ਤੁਹਾਡਾ ਸਵਾਗਤ ਹੈ जी। हाँ जी, मेहरबानी जी। ਵਿਛੜ ਗਏ ਸਭ ਵਾਰੋ ਵਾਰੀ ਇੱਕ ਹਿੰਦੀ ਦਾ ਗੀਤ ਹੈ ਔਰ ਕਾਂਗਰਸ ਤੇ ਅੱਜ ਲਾਗੂ ਹੋ ਰਿਹਾ। ਕਾਂਗਰਸ ਦੇ ਵਿੱਚੋਂ ਵੱਡੇ ਵੱਡੇ ਚਿਹਰੇ ਜਾ ਰਹੇ ਨੇ। ਕੱਲ ਖਬਰ ਸੀ ਹਾਰਦਿਕ ਪਟੇਲ ਕਾਂਗਰਸ ਨੂੰ ਛੱਡ ਗਏ। ਅੱਜ ਖਬਰ ਹੈ ਹਰਿਆਣੇ ਦੇ ਵਿੱਚੋਂ ਕੁਝ ਵੱਡੇ ਚਿਹਰੇ ਕਾਂਗਰਸ ਨੂੰ अलविदा ਕਹਿ ਰਹੇ ਨੇ। ਔਰ ਪੰਜਾਬ ਦੇ ਵਿੱਚੋਂ ਇੱਕ ਵੱਡੀ ਖਬਰ ਇਹ ਆ ਕਿ ਸੁਨੀਲ ਜਾਖੜ ਵੀ ਭਾਰਤੀ ਜਨਤਾ ਪਾਰਟੀ ਦਾ ਪੱਲੂ ਫੜ ਰਹੇ ਨੇ। ਇਹ ਕਾਂਗਰਸ ਲਈ ਮਾੜੀਆਂ ਖਬਰਾਂ ਨੇ ਤੇ ਮਾੜੀਆਂ ਖਬਰਾਂ ਭਾਰਤ ਦੀ ਰਾਜਨੀਤੀ ਲਈ ਵੀ ਨੇ। ਪ੍ਰੈਸ ਸਾਹਿਬ, ਇਹਦੇ ਕਾਰਨ ਕੀ ਨੇ? ਕਿਉਂ ਕਾਂਗਰਸ ਦੇ ਵਿੱਚ ਅਜਿਹਾ ਵਾਪਰ ਰਿਹਾ ਹੈ? ਦੇਖੋ, ਕਾਂਗਰਸ ਦਾ ਜਿਹੜਾ ਡਿਕਲਾਈਨ ਹੈ ਜਾਂ ਕਾਂਗਰਸ ਦੇ ਵੱਡੇ ਲੀਡਰਾਂ ਦਾ ਛੱਡ ਕੇ ਜਾਣ ਦਾ ਜਿਹੜਾ ਸਿਲਸਿਲਾ ਹੈਗਾ, ਉਹ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਜੀ। ਇਸ ਦੇ ਕਿ ਕੋਈ ਨਵੇਂ ਲੀਡਰ ਸ਼ਾਮਿਲ ਹੋਣ, ਪੁਰਾਣੇ ਲੀਡਰ ਛੱਡ ਕੇ ਜਾ ਰਹੇ ਹਨ। ਉਹਦੇ ਕਈ ਕਾਰਨ ਹੋ ਸਕਦੇ ਆ। ਇੱਕ ਤਾਂ ਮੈਂ ਤੁਹਾਨੂੰ ਗਲੋਬਲ ਲੈਵਲ ਤੇ ਦੱਸਦਾ ਕਿ ਜਿਸ ਵੇਲੇ ਆਪਾਂ ਇਹ ਦੇਖ ਰਹੇ ਹਾਂ ਕਿ ਲੈਫਟ ਜਾਂ ਮਾਰਕਸਵਾਦ ਜਾਂ ਮਾਰਕਸਵਾਦੀ ਜਿਹੜੀ ਵਿਚਾਰਧਾਰਾ, ਉਹਦਾ ਜਿਵੇਂ ਡਿਕਲਾਈਨ ਹੁੰਦਾ ਹੈ, ਉਹ ਜਿਹੜੀ ਸਪੇਸ ਖਾਲੀ ਹੁੰਦੀ ਹੈ, ਉਹ ਬਜਾਏ ਇਸ ਦੇ ਕਿ ਲਿਬਰਲ ਸਪੇਸ ਬਣਦੀ, ਉਹ ਰਾਈਟਿਸਟ ਯਾਨੀ ਕਿ ਸੱਜੇ ਪੱਖੀ ਜਿਹੜੀਆਂ ਸੀਗੀਆਂ ਵਿਚਾਰਧਾਰਾਵਾਂ, ਉਹਨਾਂ ਦਾ ਉਹ ਬਣ ਗਈ। ਉਹਨਾਂ ਦਾ ਆਗਮਨ ਹੋਇਆ, ਉਹਨਾਂ ਯੂਰਪ ਦੇ ਵਿੱਚ ਵੀ ਹੋਇਆ ਔਰ ਇੰਡੀਆ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਸਲੋਲੀ ਲੈਫਟ ਦਾ ਡਿਕਲਾਈਨ ਹੋਇਆ ਔਰ ਜਿਹੜਾ ਮਿਡਲ ਗਰਾਊਂਡ ਸੀਗਾ, ਮਿਡਲ ਗਰਾਊਂਡ ਭਰਨ ਦੀ ਬਜਾਏ ਉਹ ਕਾਫੀ ਗਰਾਊਂਡ ਜਿਹੜਾ ਹੈਗਾ ਉਹ ਰਾਈਟ ਨੂੰ ਚਲਾ ਗਿਆ। ਜਿਵੇਂ ਆਪਾਂ ਦੇਖਦੇ ਹਾਂ ਕਿ ਵੈਸਟ ਬੰਗਾਲ ਦੇ ਵਿੱਚ ਬੜੇ ਦਹਾਕਿਆਂ ਤੋਂ ਸਰਕਾਰ ਸੀਗੀ ਲੈਫਟ ਦੀ, ਅਚਾਨਕ ਜਿਹੜੀ ਸੀਗੀ ਉੱਥੇ ਰਾਈਜ਼ ਹੁੰਦਾ ਮਮਤਾ ਦਾ ਔਰ ਹੁਣ ਬੀਜੇਪੀ ਦਾ ਵੀ ਉੱਥੇ ਕਾਫੀ ਜ਼ਿਆਦਾ ਹੋਇਆ। ਇਸੇ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਵੀ ਆਪਾਂ ਦੇਖਦੇ ਹਾਂ। ਜਿੱਥੇ ਤੱਕ ਕਾਂਗਰਸ ਦੀ ਸਵਾਲ ਹੈ, ਕਾਂਗਰਸ ਦੇ ਡਿਕਲਾਈਨ ਦੇ ਕਈ ਕਾਰਨ ਹੈ। ਇੱਕ ਤਾਂ ਬਹੁਤ ਵੱਡਾ ਕਾਰਨ ਇਹ ਹੈਗਾ ਕਿ ਜਿਹੜੀ ਵਿਚਾਰਧਾਰਾ ਨੂੰ ਕਾਂਗਰਸ ਲੈ ਕੇ ਚੱਲੀ ਸੀਗੀ, ਉਹ ਨਹਿਰੂ ਗਾਂਧੀ ਦੀ ਵਿਚਾਰਧਾਰਾ ਥੀ ਔਰ ਪਟੇਲ ਤੇ ਆਜ਼ਾਦ ਦੀ ਵਿਚਾਰਧਾਰਾ ਥੀ। ਉਹ ਵਿਚਾਰਧਾਰਾ ਜਿਹੜੀ ਸੀਗੀ ਉਹ ਹੌਲੀ ਹੌਲੀ ਉਹਦੇ ਉੱਪਰ ਕੰਪਰੋਮਾਈਜ਼ ਹੁੰਦਾ ਚਲਾ ਗਿਆ। ਚਾਹੇ ਇਹ ਕਹਿ ਲਓ ਵੀ ਗਵਰਨੈਂਸ ਦੀਆਂ ਪ੍ਰੋਬਲਮਸ ਕਰਕੇ, ਚਾਹੇ ਕੋਈ ਵੀ ਵਜ੍ਹਾ ਹੋ ਸਕਦੀ ਹੈ। ਜਿਵੇਂ ਕਿ ਆਪਾਂ ਦੇਖਦੇ ਹਾਂ 1900 ਇੱਥੇ ਬਾਬਰੀ ਮਸਜਿਦ ਦੇ ਤਾਲੇ ਖੁਲਵਾਣੇ ਰਾਜੀਵ ਗਾਂਧੀ ਦੇ ਟਾਈਮ ਤੇ,
ਉੱਥੇ ਤੱਕ ਆਉਂਦੇ ਆਉਂਦੇ ਕਾਂਗਰਸ ਦਾ ਜਿਹੜਾ ਮੇਨ ਵੋਟ ਬੈਂਕ ਸੀਗਾ ਉਹ ਸੀਗਾ ਦਲਿਤ ਤੇ ਮਾਈਨੋਰਿਟੀਜ਼। ਉਸ ਤੇ ਉੱਪਰ ਜਿਹੜੀ ਸਵਰਨ ਜਾਤੀ ਸੀਗੀ ਉਹ ਸਮਝ ਲਓ ਟੌਪ ਤੇ ਬੈਠੀ ਸੀਗੀ, ਲੀਡਰਸ਼ਿਪ ਉਹਨਾਂ ਕੋਲ ਸੀ। ਹੁਣ ਇਹਨਾਂ ਤਿੰਨਾਂ ਨਾਲ ਕੀ ਹੋਇਆ, ਜਿਹੜੀ ਆਪਣੇ ਮੁਸਲਿਮ ਜਿਹੜੇ ਸੀਗੇ ਉਹ ਬਾਬਰੀ ਮਸਜਿਦ ਤੇ ਬਾਅਦ ਉਹਦੀ ਡਿਮੋਲਿਸ਼ਨ ਤੇ ਬਾਅਦ ਹੌਲੀ ਹੌਲੀ ਖਿੰਡ ਗਏ। ਉਹਨਾਂ ਨੇ ਲਾਲੂ ਪ੍ਰਸਾਦ ਯਾਦਵ ਜਾਂ ਮੁਲਾਇਮ ਸਿੰਘ ਯਾਦਵ ਦਾ ਪੱਲਾ ਫੜ ਲਿਆ ਔਰ ਜਿਹੜਾ ਦਲਿਤ ਵੋਟ ਸੀਗੀ ਉਹ ਜ਼ਿਆਦਾਤਰ ਖਿੰਡ ਗਈ ਔਰ ਉਹਦੇ ਵਿੱਚੋਂ ਕਾਂਸ਼ੀ ਰਾਮ ਦਾ ਉਦੈ ਹੋਇਆ। ਉਸ ਤੋਂ ਬਾਅਦ ਮਾਇਆਵਤੀ, ਉਹ ਯੂਪੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਵੋਟ ਉਧਰ ਚਲੀ ਗਈ। ਹੁਣ ਜਿਸ ਵੇਲੇ ਤੁਹਾਡਾ ਕੇਡਰ ਜਿਹੜਾ ਹੈਗਾ ਉਹਦੀ ਡਿਕਲਾਈਨ ਹੁੰਦੀ ਹੈ ਤਾਂ ਉੱਪਰੋਂ ਲੀਡਰਸ਼ਿਪ ਵੀ ਹੌਲੀ ਹੌਲੀ ਛੱਡਣਾ ਸ਼ੁਰੂ ਕਰ ਦਿੰਦੀ ਹੈ। ਤਾਂ ਬੀਜੇਪੀ ਨੇ ਇਹ ਕਲੇਮ ਕਰਨਾ ਸ਼ੁਰੂ ਕੀਤਾ ਕਿ ਅਸੀਂ ਹਿੰਦੂ ਐਸਪੀਰੇਸ਼ਨਸ ਦੀ ਜਿਹੜੀ ਹੈਗੀ ਹੈ ਰਿਪਰੈਜ਼ੈਂਟੇਸ਼ਨ ਅਸਲ ਅਸੀਂ ਕਰ ਸਕਦੇ ਹਾਂ ਔਰ ਅਸੀਂ ਹੀ ਦੇਸ਼ ਦੀ ਜਿਹੜੀ ਪਿਛੋਕੜ ਹੈ ਉਹਨੂੰ ਪੁਨਰ ਜੀਵਤ ਕਰ ਸਕਦੇ ਹਾਂ ਔਰ ਉਹਨੂੰ ਪ੍ਰੋਟੈਕਟ ਵੀ ਅਸੀਂ ਕਰ ਸਕਦੇ ਹਾਂ। ਤਾਂ ਆਪਾਂ ਇਹ ਦੇਖਦੇ ਹਾਂ ਕਿ ਉਹ 2004 ਤੋਂ ਲੈ ਕੇ 2014 ਤੱਕ ਦਾ ਜਿਹੜਾ ਪੀਰੀਅਡ ਸੀਗਾ ਔਰ ਖਾਸ ਤੌਰ ਪਰ ਰਾਜੀਵ ਗਾਂਧੀ ਆਪਣੇ ਪੀਵੀ ਨਰਸਿਮਹਾ ਰਾਓ ਤੇ ਬਾਅਦ ਜ਼ਿਆਦਾਤਰ ਕੋਲੀਸ਼ਨ ਗਵਰਨਮੈਂਟਾਂ ਹੋਈਆਂ। ਕੋਲੀਸ਼ਨ ਗਵਰਨਮੈਂਟਾਂ ਡਿਸੀਜਨ ਮੇਕਿੰਗ ਦੇ ਵਿੱਚ ਵੀਕ ਸੀਗੀਆਂ ਕਿਉਂਕਿ ਕੋਲੀਸ਼ਨ ਦੀਆਂ ਆਪਣੀਆਂ ਸਮੱਸਿਆਵਾਂ ਸੀਗੀਆਂ। ਕੋਲੀਸ਼ਨ ਨੂੰ ਇਕੱਠੇ ਰੱਖਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਔਰ 2004 ਤੋਂ 14 ਤੱਕ ਤਾਂ ਖਾਸ ਤੌਰ ਤੇ ਆਪਾਂ ਦੇਖਿਆ ਕਈ ਜਗ੍ਹਾ ਤੇ ਕੰਪਰੋਮਾਈਜ਼ਿੰਗ ਕਰਨੀਆਂ ਪਈਆਂ। ਇੱਕ ਇਹ ਵੀ ਸੀਗਾ ਕਿ ਇੱਕ ਮਾਈਨੋਰਿਟੀ ਦਾ ਬੰਦਾ ਜਿਹੜੀ ਕਿ 2% ਹੈ, ਸਿਰਫ ਉਹਦਾ ਬੰਦਾ ਦੇਸ਼ ਦੇ ਵਿੱਚ 10 ਸਾਲ ਪ੍ਰਧਾਨ ਮੰਤਰੀ ਰਹਿ ਗਿਆ। ਇਹਦਾ ਮਤਲਬ ਹੈ ਕਿ ਸਾਡੇ ਹੱਥ ਤਾਂ ਕਦੇ ਕੁਝ ਲੱਗਣਾ ਹੀ ਨਹੀਂ। ਔਰ ਖਾਸ ਤੌਰ ਪਰ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦਾ ਇਹ ਕਹਿਣਾ ਕਿ ਇੱਥੇ ਦੇ ਰਿਸੋਰਸਿਸ ਜਿਹੜੇ ਹੈਗੇ ਆ ਉਹਨਾਂ ਪਰ ਪਹਿਲਾ ਹੱਕ ਜਿਹੜਾ ਹੈਗਾ ਉਹ ਮਾਈਨੋਰਿਟੀਜ਼ ਦਾ, ਉਹਨੂੰ ਬੜੀ ਬੁਰੀ ਤਰੀਕੇ ਦੇ ਨਾਲ ਜਿਹੜਾ ਹੈਗਾ ਬੜੇ ਸਮਝ ਲਓ ਬੀਜੇਪੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਲੋਕਾਂ ਨੂੰ ਕਿਹਾ ਕਿ ਦੇਖੋ ਇਹ ਸਿਚੁਏਸ਼ਨ ਹੈ, ਇਹਦੇ ਵਿੱਚ ਜਿਹੜੀ ਮੈਜੋਰਿਟੀ ਹੈ ਉਹਦਾ ਕੋਈ ਭਵਿੱਖ ਨਹੀਂ ਹੈ। ਅਸਲ ਜਿਹੜਾ ਹੈਗਾ ਉਹ ਇਹ ਗੇਮ ਚੱਲ ਰਹੀ ਹੈ। ਹੁਣ ਉਹਦੇ ਨਾਲ ਕੀ ਹੋਇਆ, ਕਾਂਗਰਸ ਤੋਂ ਉਹਨਾਂ ਦਾ ਕੇਡਰ, ਉਹਨਾਂ ਦਾ ਬੂਥ ਲੈਵਲ ਵਰਕਰ ਉਹ ਪਰੇ ਹੁੰਦਾ ਚਲਾ ਗਿਆ ਔਰ ਜਿਸ ਵੇਲੇ ਕਾਂਗਰਸ ਵੀਕ ਹੋਈ ਤਾਂ ਉਹ ਲੀਡਰ ਜਿਹੜੇ ਕਿ ਵਿਚਾਰਧਾਰਾ ਦੇ ਨਾਲ ਜੁੜੇ ਨਹੀਂ ਸੀਗੇ, ਕੇਵਲ ਰਾਜਨੀਤੀ ਨਾਲ ਜੁੜੇ ਹੋਏ ਸੀਗੇ, ਸੱਤਾ ਭੋਗਣਾ ਚਾਹੁੰਦੇ ਸੀਗੇ ਔਰ ਸੱਤਾ ਭੋਗਦੇ ਆਏ ਸੀਗੇ, ਉਹਨਾਂ ਨੇ ਸੋਚਿਆ ਕਿ ਬੈਟਰ ਇਹ ਹੈਗਾ ਕਿ ਜਿਹੜਾ ਨਵਾਂ ਸੂਰਜ ਉਦੈ ਹੋ ਰਿਹਾ ਆਪਾਂ ਉਧਰ ਬੋਲ ਤੁਰੋ, ਆਪਾਂ ਨੇ ਤਾਂ ਕੀ ਲੈਣਾ। ਠੀਕ ਹੈ, ਪਰ ਇਹਦੇ ਵਿੱਚ ਇੱਕ ਮੈਂ ਸਵਾਲ ਕਰਨਾ ਚਾਹੁੰਦਾ ਜੀ। ਪਿਛਲੇ ਸਮਿਆਂ ਦੇ ਵਿੱਚ ਲਗਭਗ 1 ਸਾਲ ਪਹਿਲਾਂ ਕਨਈਆ ਕੁਮਾਰ ਸੀਪੀਆਈ ਨੂੰ ਛੱਡ ਕੇ, ਇੱਕ ਵਿਚਾਰਧਾਰਾ ਨੂੰ ਛੱਡ ਕੇ ਇੱਕ ਉਸ ਵਿਚਾਰਧਾਰਾ ਨਾਲ ਜੁੜੀ ਜਿਹੜੀ ਸੋ ਕਾਲਡ ਸੈਕੂਲਰ ਵਿਚਾਰਧਾਰਾ ਰਹਿ ਗਈ ਹੈ ਕਾਂਗਰਸ ਨਾਲ, ਉਹ ਜੁੜ ਗਏ। ਬਕਾਇਦਾ ਤੌਰ ਤੇ ਉਹ ਵਿਚਾਰਧਾਰਾ ਉਹਨਾਂ ਕੋਲ ਸੀ ਔਰ ਵਿਚਾਰਧਾਰਕ ਤੌਰ ਤੇ ਜੁੜੇ, ਕਿਉਂਕਿ ਜੇ ਕੋਈ ਲੈਫਟ ਪਾਰਟੀ ਨੂੰ ਛੱਡਦਾ ਤਾਂ ਉਹਦੇ ਕੋਲ ਬਾਅਦ ਚ ਕਾਂਗਰਸ ਹੈ ਜਿਹਨੇ ਕਿਸੇ ਮਾੜੀ ਮੋਟੀ ਉਸ ਵਿਚਾਰਧਾਰਾ ਨਾਲ ਜੁੜ ਕੇ ਰਹਿਣਾ ਹੈ। ਬਲਰਾਮ ਜਾਖੜ 2 ਪੀੜ੍ਹੀਆਂ ਤੱਕ ਕਾਂਗਰਸ ਨਾਲ ਜੁੜੇ ਹੋਏ ਸੀ। ਉਹਨਾਂ ਦੇ ਸੁਪੁੱਤਰ ਸੁਨੀਲ ਜਾਖੜ ਆਪਣੇ ਫਾਦਰ ਦੇ ਨਾਲ ਹੀ ਯਾਨੀ ਕਿ 50 ਸਾਲ ਤੋਂ ਕਾਂਗਰਸ ਨਾਲ ਜੁੜੇ ਹੋਏ ਸੀ। ਬਿਸ਼ਨੋਈ ਪਰਿਵਾਰ ਹਰਿਆਣੇ ਦੇ ਵਿੱਚ 2 ਪੀੜ੍ਹੀਆਂ ਤੋਂ ਜੁੜੇ ਹੋਏ ਆ, ਉਹ ਵੀ ਅਲਵਿਦਾ ਕਹਿ ਰਹੇ ਆ। ਇਸ ਤਰ੍ਹਾਂ ਕਾਂਗਰਸ ਨੂੰ ਛੱਡ ਕੇ ਜਾਣਾ, ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਬਹੁਤ ਜਲਦੀ ਜਾਂ ਕੱਢ ਦਿੱਤੇ ਜਾਣਗੇ ਜਾਂ ਸ਼ਾਇਦ ਆਪ ਚਲੇ ਜਾਣਗੇ। ਇਸੇ ਤਰ੍ਹਾਂ ਮਨਪ੍ਰੀਤ ਬਾਦਲ ਦੇ ਬਾਰੇ ਵੀ ਇਹੀ ਸੁਣਿਆ ਜਾ ਰਿਹਾ ਹੈ। ਇਸ ਤਰ੍ਹਾਂ ਨਾਲ ਜੋ ਕੁਝ ਹੋ ਰਿਹਾ, ਜੋ ਕੁਝ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਆ, ਇਹਦਾ ਪੰਜਾਬ ਦੀ ਰਾਜਨੀਤੀ ਤੇ ਕੀ ਪ੍ਰਭਾਵ ਪਏਗਾ ਆਉਣ ਵਾਲੇ ਸਾਲਾਂ ਦੇ ਵਿੱਚ ਜਾਂ ਆਉਣ ਵਾਲੀਆਂ ਚੋਣਾਂ ਦੇ ਦੌਰਾਨ? ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਮੈਂ ਦੇਖੋ ਮਦਨਦੀਪ ਜੀ, 2 ਚੀਜ਼ਾਂ ਆਪਾਂ ਨੂੰ ਜ਼ਰੂਰ ਸਾਹਮਣੇ ਰੱਖਣੀਆਂ ਪੈਣਗੀਆਂ। ਪਹਿਲੀ ਤਾਂ ਚੀਜ਼ ਇਹ ਹੈਗੀ ਹੈ ਕਿ ਮੈਂ ਇੱਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਔਰ ਉਹਦੀ ਵਜ੍ਹਾ ਕਰਕੇ ਮੈਂ ਪ੍ਰਦੇਸ਼ ਦੀ ਕਾਂਗਰਸ ਦਾ ਅਧਿਅਕਸ਼ ਹਾਂ। ਜਿਵੇਂ ਕਿ ਆਪਾਂ ਤੰਵਰ ਦੀ ਗੱਲ ਕਰ ਲਈਏ ਹਰਿਆਣੇ ਦੇ ਵਿੱਚ ਜੀ, ਛੱਡ ਕੇ ਤੁਸੀਂ ਲਾਂਬੇ ਹੁੰਦੇ ਹੋ, ਕਿਸੇ ਹੋਰ ਪਾਰਟੀ ਜਾ ਵੜਦੇ ਹੋ ਜਿਹਦੀ ਵਿਚਾਰਧਾਰਾ ਡਾਇਮੈਟ੍ਰਿਕਲੀ ਆਪੋਜ਼ਿਟ ਹੈ। ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਵਿਚਾਰਧਾਰਾ ਨਾਲ ਕਦੇ ਜੁੜੇ ਹੀ ਨਹੀਂ ਸੀਗੇ, ਯਾਨੀ ਥੋੜਾ ਜਿਹਾ ਤੁਹਾਨੂੰ ਲਾਲਚ ਮਿਲਿਆ ਤੇ ਤੁਸੀਂ ਭੱਜ ਗਏ। ਇਹਦਾ ਮਤਲਬ ਇਹੀ ਚੀਜ਼ ਜਿਹੜੀ ਹੈਗੀ ਹੈ ਹਰ ਜਗ੍ਹਾ ਹੋ ਰਹੀ ਹੈ, ਚਾਹੇ ਉਹ ਗੁਜਰਾਤ ਦੀ ਐਗਜ਼ਾਮਪਲ ਲੈ ਲਓ, ਚਾਹੇ ਯੂਪੀ ਦੀ ਐਗਜ਼ਾਮਪਲ ਲੈ ਲਓ, ਚਾਹੇ ਮੱਧ ਪ੍ਰਦੇਸ਼ ਦੇ ਵਿੱਚ ਤੁਸੀਂ ਦੇਖ ਲਓ। ਵੱਡੇ ਵੱਡੇ ਲੀਡਰ ਜਿਹੜੇ ਛੱਡ ਕੇ ਜਾਂਦੇ ਆ ਉਹ ਕਿਉਂਕਿ
ਬੀਜੇਪੀ ਨੇ ਆਪਣਾ ਜਿਹੜਾ ਹੈਗਾ ਸ਼ੁਰੂਆਤ ਹੀ ਇਸ ਗੱਲ ਤੋਂ ਕੀਤੀ ਕਿ ਲੀਡਰਾਂ ਨੂੰ ਅਟਰੈਕਟ ਕਰੋ, ਉਹਨਾਂ ਨੂੰ ਪੋਸਟਾਂ ਦਿਓ, ਮੰਤਰੀ ਮੰਡਲ ਦਿਓ। ਅੱਜ ਹੀ ਕਿਸੇ ਅਖਬਾਰ ਦੇ ਵਿੱਚ ਇੱਕ ਆਰਟੀਕਲ ਆਇਆ ਕਿ ਜਿਹੜੇ ਕਾਂਗਰਸ ਨੂੰ ਛੱਡ ਕੇ ਲੀਡਰ ਜਾਂਦੇ ਆ ਉਹ ਬੀਜੇਪੀ ਵਿੱਚ ਜਾ ਕੇ ਵਧੀਆ ਕੰਮ ਕਿਵੇਂ ਕਰ ਲੈਂਦੇ ਆ ਜਾਂ ਕਿਵੇਂ ਉਹ ਕਰਦੇ ਆ, ਜਿਵੇਂ ਕਿ ਅਸਾਮ ਦਾ ਚੀਫ ਮਿਨਿਸਟਰ ਹੈਗਾ, ਸਭ ਕਾਂਗਰਸ ਦੇ ਵਿੱਚੋਂ ਗਏ ਹੋਏ ਆ। ਉਸ ਤੋਂ ਬਾਅਦ ਬੀਜੇਪੀ ਨੇ ਉਹਨਾਂ ਨੂੰ ਦਿੱਤੀਆਂ। ਉਹਨਾਂ ਨੂੰ ਪਤਾ ਸੀਗਾ ਕਿ ਸਾਨੂੰ ਜਿਹੜਾ ਹੈਗਾ ਇੱਥੇ ਸਾਡੀ ਰਾਜਨੀਤੀ ਚਮਕ ਸਕਦੀ ਹੈ, ਔਰ ਬੀਜੇਪੀ ਨੂੰ ਜਿਹੜੀ ਸੀਗੀ ਹਾਂਡੇ ਹੋਏ ਬੰਦਿਆਂ ਦੀ, ਇਸ ਤਰ੍ਹਾਂ ਦੇ ਬੰਦਿਆਂ ਦੀ ਜਿਨ੍ਹਾਂ ਦਾ ਕੋਈ ਬੇਸ ਹੈਗਾ, ਉਹਨਾਂ ਦੀ ਲੋੜ ਸੀਗੀ। ਉਸ ਤੋਂ ਬਾਅਦ ਹੈਗੀ ਹੈ ਵਿਚਾਰਧਾਰਾ, ਜਿਹੜੀ ਡਿਵਿਸਿਵ ਪੋਲਿਟਿਕਸ ਪਿਛਲੇ 10 ਸਾਲ ਤੋਂ ਚੱਲ ਰਹੀ ਹੈ 2013 ਤੇ ਬਾਅਦ, ਔਰ 2014 ਦੇ ਵਿੱਚ ਬੀਜੇਪੀ ਦੀ ਸਰਕਾਰ ਤੇ ਬਾਅਦ ਉਹਨੂੰ ਇੰਸਟੀਟਿਊਸ਼ਨਲਾਈਜ਼ ਕੀਤਾ ਗਿਆ। ਉਹਨੂੰ ਜਿਸ ਤਰੀਕੇ ਦੇ ਨਾਲ ਪ੍ਰੋੜਤਾ ਮਿਲੀ ਜਾਂ ਦਿੱਤੀ ਗਈ, ਉਹ ਤੇ ਬਾਅਦ ਵੀ ਇਦਾਂ ਹੈਗਾ ਕਿ ਦੇਸ਼ ਦੇ ਵਿੱਚ ਇਹ ਮਾਹੌਲ ਕ੍ਰੀਏਟ ਕੀਤਾ ਗਿਆ ਕਿ ਅਗਰ ਆਪਾਂ ਇਕੱਠੇ ਹੋ ਕੇ ਬੀਜੇਪੀ ਦੇ ਨਾਲ ਨਹੀਂ ਚੱਲਾਂਗੇ ਤਾਂ ਜਿਹੜੇ ਇਹ ਦੇਸ਼ ਜਿਹੜਾ ਹੈਗਾ ਮਾਈਨੋਰਟੀਜ਼, ਖਾਸ ਤੌਰ ਪਰ ਮੁਸਲਮਾਨਾਂ ਦੇ, ਉਹ ਹੋ ਜਾਣਾ। ਉਹ ਲੋਕ ਜਿਨ੍ਹਾਂ ਨੂੰ, ਜਿਹੜੇ ਬੀਜੇਪੀ ਦੀਆਂ ਪਾਲਿਸੀਜ਼ ਦੇ ਨਾਲ ਸਹਿਮਤ ਵੀ ਨਹੀਂ ਹਨ, ਚਾਹੇ ਉਹ ਡੀਮੋਨੀਟਾਈਜੇਸ਼ਨ ਦੀ ਪਾਲਿਸੀ ਹੋਵੇ, ਚਾਹੇ ਉਹ GST ਦੀ ਪਾਲਿਸੀ ਹੋਵੇ, ਚਾਹੇ ਹੋਰ ਜਿੰਨੀਆਂ ਪਾਲਿਸੀਆਂ, ਸਹਿਮਤ ਵੀ ਨਹੀਂ ਹਨ। ਉਹ ਵੀ ਪਿਛਲੇ ਅਸਾਮ ਦੇ ਇਲੈਕਸ਼ਨ 'ਚ ਅਸੀਂ ਦੇਖਿਆ, ਉਹ ਕਹਿੰਦੇ ਜੀ ਵੀ ਸਾਡੀ ਹਾਲਤ ਤਾਂ ਬੜੀ ਮਾੜੀ ਹੈ, ਪਰ ਅਸੀਂ ਇਸ ਕਰਕੇ ਵੋਟ ਪਾਵਾਂਗੇ ਕਿ ਨਹੀਂ ਤਾਂ ਮੁਸਲਮਾਨ ਪਾਵਰ ਦੇ ਵਿੱਚ ਆ ਜਾਣਗੇ। ਉਹਨਾਂ ਨੂੰ ਇਹ ਬਿਲੀਵ ਕੀਤਾ ਜਾਂਦਾ ਹੈ, ਇਹ ਸੈੱਲ ਕੀਤਾ ਜਾਂਦਾ ਹੈ ਕਿ ਅਗਰ ਅਸੀਂ ਨਹੀਂ ਤਾਂ ਮੁਸਲਮਾਨ ਦੇ ਹੱਥ ਦੇ ਵਿੱਚ ਪਾਵਰ ਆਏਗੀ। ਬਲਕਿ ਇਹ ਵੀ ਕਿਹਾ ਜਾਂਦਾ ਹੈ ਕਿ 2014 ਤੋਂ ਬਾਅਦ ਅਸਲ 2014 ਤੋਂ ਪਹਿਲਾਂ ਅਸਲ ਪਾਵਰ ਜਿਹੜੀ ਸੀਗੀ ਉਹ ਮੁਸਲਮਾਨ ਸਮਰਥਿਤ ਲੀਡਰਾਂ ਦੇ ਹੱਥ ਦੇ ਵਿੱਚ ਹੀ ਸੀਗੀ। ਇਸ ਚੀਜ਼ ਨੂੰ ਵੀ ਉਹ ਕੀਤਾ ਜਾਂਦਾ ਹੈ। ਇਹ ਦੂਸਰੀ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ, ਜਿਹਦੀ ਵਜ੍ਹਾ ਕਰਕੇ ਕਾਂਗਰਸ ਕੋਲ ਇਹਦਾ ਕੋਈ ਜਦ ਤੱਕ ਕਾਊਂਟਰ ਨੈਰੇਟਿਵ ਕ੍ਰੀਏਟ ਨਹੀਂ ਕਰਦੀ ਕਾਂਗਰਸ। ਦੇਖੋ ਤੁਸੀਂ ਕਾਊਂਟਰ ਨੈਰੇਟਿਵ ਕੀ ਹੋਊਗਾ? ਦੇਖੋ ਤੁਸੀਂ ਬੀਜੇਪੀ ਨੂੰ ਕ੍ਰਿਟਿਸਾਈਜ਼ ਕਰੀ ਚੱਲੋ, ਤੁਸੀਂ ਮੋਦੀ ਨੂੰ ਕ੍ਰਿਟਿਸਾਈਜ਼ ਕਰੀ ਚੱਲੋ, ਉਹ ਇੱਕ ਐਸਪੈਕਟ ਹੈਗਾ। ਦੂਸਰਾ ਐਸਪੈਕਟ ਹੈਗਾ ਕਿ ਤੁਸੀਂ ਜਿਹੜਾ ਸਾਡਾ ਕਾਊਂਟਰ ਨੈਰੇਟਿਵ ਹੈ, ਕਾਊਂਟਰ ਨੈਰੇਟਿਵ ਇਹੀ ਹੈ ਕਿ ਲੋਕਾਂ ਨੂੰ ਮੁੜ ਤੋਂ ਸਾਡੀ ਫਰੀडम ਮੂਵਮੈਂਟ ਨਾਲ, ਸਾਡੀ ਆਈਡੀਓਲੋਜੀ ਨਾਲ, ਜਿਹਨੂੰ ਆਈਡੀਆ ਆਫ ਇੰਡੀਆ ਕਹਿੰਦੇ ਆ, ਉਹਦੇ ਨਾਲ ਜੋੜਿਆ ਜਾਵੇ ਔਰ ਦੱਸਿਆ ਜਾਵੇ ਵੀ ਭਾਈ ਇੰਡੀਆ ਤੋਂ ਅਸਲੀ ਇਹ ਹੈਗਾ। ਕਿਉਂਕਿ ਮਦਨਦੀਪ ਜੀ ਕੀ ਹੋ ਰਿਹਾ ਹੈ ਕਿ ਜਿਵੇਂ ਜਿਵੇਂ ਬੀਜੇਪੀ ਦੀ ਆਈਡੀਓਲੋਜੀ ਦਾ ਰਾਈਜ਼ ਹੋਇਆ, ਚਾਹੇ ਉਹਦੇ ਵਿੱਚ RSS ਦਾ ਰੋਲ ਹੈ, ਚਾਹੇ RSS ਦੇ ਸਮਰਥਿਤ ਜਿਹੜੀਆਂ ਆਰਗੇਨਾਈਜੇਸ਼ਨਸ ਹੈ ਉਹਨਾਂ ਦਾ ਰੋਲ ਹੈ। ਉਹਨਾਂ ਨੇ ਬਹੁਤ ਜ਼ਿਆਦਾ ਆਰਗੇਨਾਈਜੇਸ਼ਨਸ ਕ੍ਰੀਏਟ ਕੀਤੀਆਂ ਹੋਈਆਂ ਹਨ, ਹਰ ਆਦੀਵਾਸੀਆਂ 'ਚ ਵੀ ਹੈ, ਵਿਮਨ 'ਚ ਵੀ ਹੈ, ਮੁਸਲਮਾਨਾਂ ਦੇ ਵਿੱਚ ਵੀ ਹੈ, ਸਿੱਖਾਂ ਦੇ ਵਿੱਚ ਵੀ ਹੈ। ਉਹਨਾਂ ਨੂੰ ਤੁਸੀਂ ਉਹਨਾਂ ਦੇ ਰਾਈਜ਼ ਦੇ ਨਾਲ ਬਜਾਏ ਇਸਦੇ ਕਿ ਤੁਸੀਂ ਅੱਗੇ ਹੋ ਕੇ ਉਹਦਾ ਮੁਕਾਬਲਾ ਕਰੋ, ਤੁਸੀਂ ਡਿਫੈਂਸਿਵ ਹੋਏ ਬੈਠੇ ਹੋ। ਜਦ ਤੱਕ ਤੁਸੀਂ ਡਿਫੈਂਸਿਵ ਰਹੋਗੇ, ਜਦ ਤੱਕ ਤੁਹਾਨੂੰ ਇਹ ਮਹਿਸੂਸ ਨਹੀਂ ਹੋਊਗਾ ਕਿ ਯਾਰ ਸਾਡੇ ਕੋਲ ਤਾਂ ਕਾਊਂਟਰ ਤੁਸੀਂ ਕ੍ਰੀਏਟ ਕਰਕੇ ਇੱਕ ਕਾਊਂਟਰ ਨੈਰੇਟਿਵ ਕ੍ਰੀਏਟ ਨਹੀਂ ਕਰੋਗੇ ਕਿ ਜਿਹੜੀ ਇਹ ਚੀਜ਼ ਹੈ ਸਾਰੀ ਗਲਤ ਹੈ, ਉਹਨੇ ਵੱਡੇ ਤਰੀਕੇ ਦੇ ਨਾਲ ਦਬਾ ਕੇ ਤਾਂ ਗੱਲ ਕਹੀ ਨਹੀਂ ਜਾ ਰਹੀ। ਸਾਹਿਬ ਤੁਸੀਂ ਪੰਜਾਬ ਦੀ ਆਉਣ ਵਾਲੀ ਰਾਜਨੀਤੀ ਕਿਸ ਤਰ੍ਹਾਂ ਦੇਖ ਰਹੇ ਹੋ? ਅੱਛਾ, ਤੁਸੀਂ ਹੁਣ ਗੱਲ ਪੰਜਾਬ ਦੀ ਜੇ ਆਪਾਂ ਕਰੀਏ, ਪੰਜਾਬ ਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਦਾ ਆਉਣਾ ਔਰ 92 ਸੀਟਾਂ ਲੈਣਾ ਪਿਛਲੇ ਇਲੈਕਸ਼ਨ ਦੇ ਵਿੱਚ, ਉਹ ਇੱਕ ਕਲੀਅਰ ਕੱਟ ਨੈਗੇਟਿਵ ਮੈਸੇਜ था ਲੋਕਾਂ ਵੱਲੋਂ ਉਹਨਾਂ ਦੇ ਖਿਲਾਫ ਜਿਹੜੇ ਹੁਣ ਤੱਕ ਸੱਤਾ ਭੋਗਦੇ ਰਹੇ, ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ। ਅੱਛਾ, ਬੀਜੇਪੀ ਦਾ ਕੋਈ ਏਡਾ ਜ਼ਿਆਦਾ ਪੰਜਾਬ ਦੇ ਵਿੱਚ ਹਜੇ ਤੱਕ ਕੋਈ ਨਹੀਂ ਹੈ। ਜੀ ਸਾਹਿਬ, ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਆ ਰਹੀ। ਹਾਂਜੀ, ਆਵਾਜ਼ ਆ ਰਹੀ ਹੈ? ਜੀ ਜੀ ਜੀ, ਹਾਂਜੀ ਬੋਲੋ। ਹਾਂ, ਮੈਂ ਇਹ ਕਹਿ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਕਾਂਗਰਸ ਜਿਹੜੀ ਹੈ ਮਦਨਦੀਪ ਜੀ, ਮਾੜੇ ਤੋਂ ਮਾੜੇ ਹਾਲਾਤ ਦੇ ਵਿੱਚ 37, 36, 38% ਵੋਟਾਂ ਲੈਂਦੀ ਸੀ। ਇਸ ਵਾਰ ਉਹ ਘਟ ਕੇ ਜਿਹੜੀ ਹੈਗੀ ਆ 30%, 24%। ਇਹਦਾ ਮਤਲਬ ਹੈ ਇੱਕ ਸਬਸਟੈਂਸ਼ੀਅਲ ਪੋਰਸ਼ਨ ਜਿਹੜਾ ਸੀਗਾ ਕਾਂਗਰਸ ਨੂੰ ਟ੍ਰੈਡੀਸ਼ਨਲੀ ਸਪੋਰਟ ਕਰਦਾ ਸੀਗਾ,
ਉਹ ਕਾਂਗਰਸ ਤੋਂ ਪਰੇ ਹੋ ਗਿਆ, ਉਹ ਟੈਂਪਰੇਰੀਲੀ ਪਰੇ ਹੋਇਆ ਜਾਂ ਸਿਰਫ ਇਸੇ ਇਲੈਕਸ਼ਨ ਵਾਸਤੇ ਹੋਇਆ ਜਾਂ ਲੌਂਗ ਰਾਈਮ ਦੇ ਵਿੱਚ ਹੋਇਆ, ਇਹ ਅਗਲੇ ਇਲੈਕਸ਼ਨ ਦੱਸਣਗੇ ਸਾਨੂੰ। ਲੇਕਿਨ ਉਹਦਾ ਪ੍ਰਭਾਵ ਇਹ ਹੋਇਆ ਕਿ ਬਹੁਤ ਸਾਰੇ ਲੀਡਰ ਜਿਹੜੇ ਸੀਗੇ, ਕਿਉਂਕਿ ਕਾਂਗਰਸ ਜਿਨ੍ਹਾਂ ਦਿਨਾਂ ਦੇ ਵਿੱਚ ਇਲੈਕਸ਼ਨ ਚੱਲ ਰਿਹਾ ਸੀਗਾ ਉਸ ਵੇਲੇ ਵੀ ਲੀਡਰ ਬਜਾਏ ਇਸਦੇ ਕਿ ਇਲੈਕਸ਼ਨ ਜਿੱਤਣ ਨੂੰ ਤੁਰਨ ਆਪਸ ਚ ਲੜ ਰਹੇ ਸੀਗੇ, ਇੱਕ ਦੂਸਰੇ ਪਰ ਬਲੇਮਬਾਜ਼ੀ ਕਰ ਰਹੇ ਸੀਗੇ। ਪਰ ਸੁਨੀਲ ਜਾਖੜ ਦਾ ਤਾਂ ਇਲਜ਼ਾਮ ਹੈ ਆਪਣੀ ਹਾਈ ਕਮਾਂਡ ਦੇ ਉੱਪਰ ਕਿ ਉਹਨਾਂ ਨੂੰ ਬੇਆਬਰੂ ਕੀਤਾ ਗਿਆ ਪਾਰਟੀ ਦੇ ਅੰਦਰ। ਜੀ ਜੀ ਤਾਂ ਹਾਂ ਤੁਸੀਂ ਕਹਿ ਰਹੇ ਸੀਗੇ ਬਲਰਾਮ ਜਾਖੜ, ਸੁਨੀਲ ਜਾਖੜ ਜੀ ਦਾ ਇਹ ਇਲਜ਼ਾਮ ਹੈ ਕਿ ਉਹਨਾਂ ਨੂੰ ਹਾਈ ਕਮਾਂਡ ਨੇ ਪਾਰਟੀ ਵਿੱਚ ਬੇਆਬਰੂ ਕੀਤਾ ਹੈ, ਉਹ ਕਮਿਟਡ ਸੀਗੇ। ਦੇਖੋ ਮੈਂ ਸੁਨੀਲ ਜਾਖੜ ਦੀ ਇਸ ਗੱਲ ਤੇ ਕਾਫੀ ਵਿਸ਼ਵਾਸ ਕਰਦਾ। ਉਹਦੀ ਵਜ੍ਹਾ ਹੈਗੀ ਹੈ ਕਿ ਸੁਨੀਲ ਜਾਖੜ ਪਿਛਲੇ ਸਰਕਾਰ ਦੇ ਵਿੱਚ ਤਕਰੀਬਨ 4 ਸਾਲ ਜਾਂ ਉਸ ਤੋਂ ਜ਼ਿਆਦਾ ਪਾਰਟੀ ਦੀ ਪ੍ਰਧਾਨਗੀ ਕੀਤੀ ਹੈ ਉਹਨਾਂ ਨੇ ਸਟੇਟ ਦੇ ਵਿੱਚ। ਇਲੈਕਸ਼ਨ ਹਾਰੇ ਵੀ ਹੈ, ਇਲੈਕਸ਼ਨ ਜਿੱਤੇ ਵੀ ਹੈ। ਇਲੈਕਸ਼ਨ ਹਾਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ, ਲੇਕਿਨ ਕਿਉਂਕਿ ਚੱਲਦਾ ਰਹਿੰਦਾ ਹੈ। ਲੇਕਿਨ ਸੁਨੀਲ ਜਾਖੜ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ, ਉਸ ਤੋਂ ਬਾਅਦ ਇਹ ਕਿਹਾ ਗਿਆ ਐਮਐਲਏਜ਼ ਨੂੰ ਕਿ ਦੱਸੋ ਵੀ ਕੌਣ ਚਾਹੀਦਾ ਅਗਲਾ। ਇਹ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਐਮਐਲਏਜ਼ ਨੇ ਸੁਨੀਲ ਜਾਖੜ ਦੀ ਸਪੋਰਟ ਕੀਤੀ। ਸੁਨੀਲ ਜਾਖੜ ਨੂੰ ਹਾਈ ਕਮਾਂਡ ਨੇ ਇਸ ਕਰਕੇ ਪਰੇ ਕਰਤਾ ਕਿ ਨਹੀਂ ਸਾਨੂੰ ਇੱਕ ਦਲਿਤ ਚਿਹਰਾ ਚਾਹੀਦਾ, ਇਸ ਕਰਕੇ ਚੰਨੀ ਨੂੰ ਅੱਗੇ ਲਿਆਂਦਾ ਗਿਆ। ਉਹ ਸਾਰਾ ਜਿਹੜਾ ਐਪੀਸੋਡ ਸੀਗਾ, ਔਰ ਸੁਨੀਲ ਜਾਖੜ ਨੇ ਇੱਕ ਨਹੀਂ ਕਈ ਵਾਰ ਇਸ ਗੱਲ ਦਾ ਉਹ ਕੀਤਾ ਹੈ ਕਿ ਇਹ ਜਿਹੜਾ ਰੀਜ਼ਨ ਸੀਗਾ, ਜਿਹੜੀ ਕਾਸਟ ਪੋਲਿਟਿਕਸ ਜਾਂ ਰਿਲੀਜੀਅਸ ਪੋਲਿਟਿਕਸ ਜਿਹੜੀ ਸੀਗੀ, ਉਹਦਾ ਸ਼ਿਕਾਰ ਹੋ ਕੇ ਮੈਂ ਸੀਐਮ ਨਹੀਂ ਬਣ ਸਕਿਆ। ਹੁਣ ਸੀਐਮ ਬਣਨਾ ਹਰੇਕ ਬੰਦੇ ਦੀ ਹੁੰਦੀ ਹੈ। ਅੱਛਾ, ਉਹਦੀ ਵਜ੍ਹਾ ਕਰਕੇ ਵੀ ਪਲੱਸ ਉਸ ਤੋਂ ਬਾਅਦ ਰਾਜਾ ਇਹਦੇ ਵਿੱਚ ਇਹ ਵੀ ਹੈ ਪ੍ਰੋਫੈਸਰ ਸਾਹਿਬ, ਜੇ ਉਹਨਾਂ ਨੂੰ ਉਹ ਸ਼ਿਕਾਰ ਹੋਏ ਆ ਜਾਤੀ ਪੱਤੇ ਦੇ, ਤਾਂ ਦੂਜੇ ਪਾਸੇ ਕਾਂਗਰਸ ਦੀ ਵਿਚਾਰਧਾਰਾ ਦਾ ਫਿਰ ਕੀ ਬਣਿਆ? ਉਹਨੇ ਕੀ ਕੀਤਾ? ਨਹੀਂ, ਮੈਂ ਦੱਸਦਾ ਤੁਹਾਨੂੰ ਜੀ ਕਿ ਇਹੀ ਤਾਂ ਉਹਨਾਂ ਦਾ ਸਭ ਤੋਂ ਵੱਡਾ ਗੁੱਸਾ ਵੀ ਇਹੀ ਹੈ ਉਹਨਾਂ ਦਾ ਸਭ ਤੋਂ ਵੱਡਾ, ਕਿ ਕਾਂਗਰਸ ਨੇ ਉਹਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਮੈਨੂੰ ਇਗਨੋਰ ਕੀਤਾ ਜਿਹਦੀ ਵਜ੍ਹਾ ਕਰਕੇ ਕਾਂਗਰਸ ਜਾਣੀ ਜਾਂਦੀ ਸੀਗੀ ਆਪਣੀ ਲਿਬਰਲ ਤੇ ਡੈਮੋਕ੍ਰੈਟਿਕ ਤੇ ਸੈਕੂਲਰ ਪਾਲਿਸੀਜ਼ ਦੇ ਬਾਰੇ। ਉਹ ਇਹਨਾਂ ਨੇ ਸਾਰਿਆਂ ਨੇ ਪਾਸੇ ਕਰਤਾ, ਔਰ ਕਰਕੇ ਉਹਨਾਂ ਨੇ ਜਿਹੜੀ ਐਮਐਲਏਜ਼ ਦੀ ਮੈਜੋਰਿਟੀ ਦੀ ਮੈਂਡੇਟ ਆ ਰਹੀ ਸੀਗੀ ਉਹਨੂੰ ਲਾਂਭੇ ਕਰਕੇ ਉਹ ਕੰਮ ਕੀਤਾ ਜਿਹੜਾ ਕਿ ਉਹ ਚਾਹੁੰਦੇ ਸੀਗੇ ਕਿ ਇੱਕ ਦਲਿਤ ਜਿਹੜਾ ਹੈਗਾ ਸਾਹਮਣੇ ਲਿਆਂਦਾ ਜਾਵੇ। ਹੁਣ ਉਹਦੀ ਵਜ੍ਹਾ ਕਰਕੇ ਜਦ ਤੋਂ ਹੀ ਸੁਨੀਲ ਜਾਖੜ ਜਿਹੜੇ ਸੀਗੇ ਉਹ ਇੱਕ ਸਾਈਡ ਤੇ ਸੀਗੇ, ਔਰ ਜਿਸ ਵੇਲੇ ਰਾਜਾ ਵੜਿੰਗ ਨੂੰ ਬਣਾਇਆ ਪ੍ਰਧਾਨ ਪੰਜਾਬ ਕਾਂਗਰਸ ਦਾ, ਰਾਜਾ ਵੜਿੰਗ ਨੇ ਇੰਨਾ ਜ਼ਿਆਦਾ ਉਹਨਾਂ ਨੂੰ ਕੋਈ ਘਾਹ ਨਹੀਂ ਪਾਇਆ, ਉਹਨਾਂ ਨੂੰ ਕੋਈ ਏਡੀ ਇੰਪੋਰਟੈਂਸ ਨਹੀਂ ਦਿੱਤੀ, ਔਰ ਉਹਨਾਂ ਨੂੰ ਏਦਾਂ ਮਹਿਸੂਸ ਹੋਇਆ ਕਿ ਮੈਨੂੰ ਲੱਗਦਾ ਹੈ ਕਿ ਪਾਰਟੀ ਦੇ ਵਿੱਚ ਹੁਣ ਮੇਰੀ ਕੋਈ ਜ਼ਰੂਰਤ ਨਹੀਂ ਹੈ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਸਤੀਫਾ ਦਿੱਤਾ ਕੁਝ ਦਿਨ ਪਹਿਲਾਂ, ਉਸ ਵੇਲੇ ਤਾਂ ਕਲੀਅਰ ਨਹੀਂ ਸੀਗਾ ਉਹਨਾਂ ਨੇ ਕਿੱਧਰ ਜਾਣਾ। ਮੈਨੂੰ ਅੱਜ ਵੀ ਕਲੀਅਰ ਨਹੀਂ ਹੈ ਜਦ ਤੱਕ ਐਕਚੁਅਲੀ ਕੁਝ ਨਾ ਹੋ ਨਾ ਜਾਵੇ। ਤੇ ਮੈਂ ਇਹ ਗੱਲ ਕਹਿ ਰਿਹਾ ਕਿ ਉਹਦੀ ਵਜ੍ਹਾ ਕਰਕੇ ਪਲੱਸ ਕੁਝ ਐਸੇ ਲੀਡਰ ਜਿਹੜੇ ਕਿ ਉਹਨਾਂ ਨੂੰ ਸੀਗਾ ਕਿ ਅਗਰ ਸਰਕਾਰ ਬਣ ਜਾਂਦੀ ਹੈ ਤਾਂ ਸਾਨੂੰ ਵੀ ਕੁਝ ਮਿਲ ਜਾਏਗਾ, ਹੁਣ ਨਹੀਂ ਮਿਲ ਸਕਦਾ, ਇਸ ਕਰਕੇ ਉਹ ਇੱਧਰ ਉੱਧਰ ਤੁਰੇ ਫਿਰਨਗੇ। ਤੁਸੀਂ ਕੈਪਟਨ ਆਪਣੀ ਗੱਲ ਕੀਤੀ ਹੈ ਨਵਜੋਤ ਸਿੱਧੂ ਦੀ। ਨਵਜੋਤ ਸਿੱਧੂ ਜਿਹੜਾ ਹੈਗਾ ਉਹ ਕਿੱਥੇ ਜਾਏਗਾ ਯੂ ਨੈਵਰ ਨੋ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉੱਥੇ ਬੈਠੇ ਆ ਬੀਜੇਪੀ ਦੇ ਨਾਲ ਅਲਾਇੰਸ ਦੇ ਵਿੱਚ, ਉੱਥੇ ਤਾਂ ਜਾ ਨਹੀਂ ਸਕਦੇ, ਅਕਾਲੀ ਦਲ ਦੇ ਵਿੱਚ ਜਾ ਨਹੀਂ ਸਕਦੇ, ਪਤਾ ਨਹੀਂ ਕੀ ਹੋਏਗਾ, ਹੋ ਸਕਦਾ ਰਾਜਨੀਤੀ ਹੈ ਪ੍ਰੈਸ਼ਰ ਨਾ ਰਾਜਨੀਤੀ ਹੈ ਇਹ। ਦੇਖੋ ਏਦਾਂ ਹੈਗਾ ਕਿ ਰਾਜਨੀਤੀ ਜ਼ਰੂਰ ਹੈ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਪਾਰੀ ਨੂੰ ਢਾਹ ਲਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਵੀ ਨਵਜੋਤ ਸਿੱਧੂ ਦਾ ਹੀ ਸੀਗਾ। ਇਹ ਵੀ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਬਾਕੀ ਰਾਜਨੀਤੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਪੋਲਿਟਿਕਸ ਇਜ਼ ਆਰਟ ਆਫ ਪੋਸੀਬਲ, ਜਿਹੜਾ ਕੋਈ ਕਰ ਦਿਖਾਵੇ ਉਹਦੀ ਰਾਜਨੀਤੀ ਹੁੰਦੀ ਹੈ। ਪਤਾ ਨਹੀਂ ਕੀ ਹੋਏਗਾ, ਲੇਕਿਨ ਏਦਾਂ ਹੈ ਕਿ ਕਾਂਗਰਸ ਨੂੰ ਬੜੀ ਸੀਰੀਅਸਲੀ ਪੰਜਾਬ ਜਿੱਥੇ ਉਹਨਾਂ ਨੂੰ ਕਾਫੀ ਅੱਛੀ ਖਾਸੀ ਪਕੜ ਹੈਗੀ ਹੈ ਉਹਨਾਂ ਦੀ ਰਾਜਨੀਤੀ ਦੇ ਉੱਪਰ ਪੰਜਾਬ ਦੀ, ਉਹਨਾਂ ਨੂੰ ਸੀਰੀਅਸਲੀ ਸੋਚਣਾ ਪਏਗਾ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਰਿਵਾਈਵ ਕੀਤਾ ਜਾਵੇ,
ਅਗਰ ਨਹੀਂ ਕੀਤਾ ਤਾਂ ਇੱਕ ਹੋਰ ਸਟੇਟ ਕਾਂਗਰਸ ਦੇ ਹੱਥੋਂ ਜਿਹੜਾ ਹੈਗਾ ਪਰਮਾਨੈਂਟਲੀ ਖੁੱਸਣ ਦੇ ਚਾਂਸਸ ਬਣ ਜਾਣਗੇ। ਪ੍ਰੈਸ ਸਾਹਿਬ ਠੀਕ ਹੈ, ਕਾਂਗਰਸ ਦੇ ਹੱਥੋਂ ਸਟੇਟ ਜਾਂਦੀ ਨਜ਼ਰ ਆ ਰਹੀ ਹੈ, ਕੀ ਬੀਜੇਪੀ ਦੇ ਹੱਥ ਵਿੱਚ ਆਉਂਦੀ ਨਜ਼ਰ ਆ ਰਹੀ ਤੁਹਾਨੂੰ? ਦੇਖੋ ਅੱਜ ਦੀ ਤਾਰੀਖ ਦੇ ਵਿੱਚ ਜੇ ਦੇਖੀਏ, ਜਿਹੜਾ ਆਮ ਆਦਮੀ ਪਾਰਟੀ ਦੀ ਐਮਰਜੈਂਸ ਹੈ, ਹਾਂ, ਉਹ ਐਮਰਜੈਂਸ ਕੁਝ ਹੋਰ ਇੰਡੀਕੇਟ ਕਰਦੀ ਹੈ। ਆਪਾਂ ਨੂੰ ਇੰਨਾ ਪਤਾ ਹੈ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਬੀਜੇਪੀ ਅਕਾਲੀ ਦਲ ਬੜੇ ਅਰਸੇ ਬਾਅਦ ਇੰਡੀਪੈਂਡੈਂਟਲੀ ਇਲੈਕਸ਼ਨ ਲੜੇ ਸੀਗੇ ਇੱਕ ਦੂਸਰੇ ਤੋਂ, ਔਰ ਉਹਦੇ ਵਿੱਚ ਸੈਂਟਰ ਗਵਰਨਮੈਂਟ ਨੇ ਜਾਂ ਸੈਂਟਰ ਦੀ ਬੀਜੇਪੀ ਲੀਡਰਸ਼ਿਪ ਨੇ ਮਦਦ ਵੀ ਬੜੀ ਕੀਤੀ। ਸਿੱਖ ਜਥੇਬੰਦੀਆਂ ਨੂੰ ਬੁਲਾਇਆ, ਸਿੱਖ ਵੱਡੇ ਲੀਡਰਾਂ ਨੂੰ ਬੁਲਾਇਆ, ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤਾਂ ਹੋ ਰਹੀਆਂ, ਪ੍ਰਾਈਮ ਮਿਨਿਸਟਰ, ਗ੍ਰਹਿ ਮੰਤਰੀ, ਹੋਰ ਸਾਰਿਆਂ ਦਾ ਆਉਣਾ ਜਾਣਾ ਹੋਇਆ, ਲੇਕਿਨ ਬੀਜੇਪੀ ਨੂੰ ਕੁਝ ਨਹੀਂ ਮਿਲਿਆ ਇੱਥੇ। ਉਹ ਚੀਜ਼ ਜਿਹੜੀ ਹੈਗੀ ਹੈ, ਉਹ ਤੋਂ ਇਦਾਂ ਲੱਗਦਾ ਹੈ ਵੀ ਪੰਜਾਬ ਦੀ ਧਰਤੀ ਹਜੇ ਵੀ ਬੀਜੇਪੀ ਵਾਲੀ ਪੋਲਿਟਿਕਸ ਨੂੰ ਸਵੀਕਾਰ ਨਹੀਂ ਕਰ ਰਹੀ। ਉਹ ਲੋਕਾਂ ਨੇ ਫੈਸਲਾ ਜਿਹੜਾ ਸੀਗਾ, ਅਗਰ ਆਪਣਾ ਵਿਰੋਧ ਜਤਾਇਆ ਵੀ ਤਾਂ ਵਿਰੋਧ ਜਤਾ ਕੇ ਆਮ ਆਦਮੀ ਪਾਰਟੀ ਵੱਲ ਝੁਕੇ, ਨਾ ਕਿ ਬੀਜੇਪੀ ਦੇ ਵੱਲ ਝੁਕੇ, ਨਹੀਂ ਤਾਂ ਕੁਝ ਸੀਟਾਂ ਆਉਂਦੀਆਂ। ਪਰ ਆਪਾਂ ਨੂੰ ਵੱਡੇ ਚਿਹਰੇ ਬੀਜੇਪੀ ਦੇ ਨਾਲ ਚਲੇ ਗਏ ਆ। ਹੁਣ ਸੁਨੀਲ ਜਾਖੜ ਦਾ ਜਾਣਾ ਇੱਕ ਬਹੁਤ ਵੱਡੀ ਘਟਨਾ ਮੰਨੀ ਜਾ ਰਹੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ, ਔਰ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ 24 ਦੀਆਂ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇਹਦਾ ਫਾਇਦਾ ਹੋਏਗਾ। ਦੇਖਾਂਗੇ ਫਾਇਦਾ ਹੁੰਦਾ ਜਾਂ ਨਹੀਂ, ਹਾਲੇ ਥੋੜੀ ਜਿਹੀ ਦੂਰ ਦੀ ਗੱਲ ਹੈ। ਪਰ ਸਮਾਂ ਸਮਾਪਤ ਹੋ ਰਿਹਾ ਹੈ। ਪ੍ਰੈਸ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ। ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਪੜ੍ਹਾਉਂਦੇ ਨੇ, ਔਰ ਬਹੁਤ ਸਾਰੇ ਰਾਜਨੀਤੀ ਦੇ ਡਾਕਟਰ ਵੀ ਬਣਾਉਂਦੇ ਨੇ। ਸੋ ਤੁਹਾਨੂੰ ਇਹ ਵਿਚਾਰ ਕਿਵੇਂ ਲੱਗੇ, ਸਾਨੂੰ ਜ਼ਰੂਰ ਦੱਸਣਾ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਬਹੁਤ ਬਹੁਤ।